ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਉਸ ਦੇ ਮਨ ਦੇ ਵਿੱਚ ਤਿੰਨ ਪ੍ਰਸ਼ਨ ਹਮੇਸ਼ਾ ਉੱਠਿਆ ਕਰਦੇ ਸੀ ਕਿ ਈਸ਼ਵਰ ਇੱਕ ਹੈ ਜਾਂ ਅਨੇਕ ਹੈ ਤਾਂ ਰਹਿੰਦਾ ਕਿੱਥੇ ਹੈ, ਮਿਲਦਾ ਕਿਸ ਤਰ੍ਹਾਂ ਹੈ ਤੇ ਕਰਦਾ ਕੀ ਹੈ। ਰਾਜੇ ਨੇ ਵੱਡੇ ਵੱਡੇ ਵਿਦਵਾਨਾਂ ਤੋਂ ਇਹ ਤਿੰਨ ਪ੍ਰਸ਼ਨ ਪੁੱਛੇ ਕਿ ਈਸ਼ਵਰ ਇੱਕ ਹੈ ਜਾਂ ਅਨੇਕ ਹੈ ਤਾਂ ਰਹਿੰਦਾ ਕਿੱਥੇ ਹੈ, ਮਿਲਦਾ ਕਿਸ ਤਰ੍ਹਾਂ ਹੈ ਤੇ ਕਰਦਾ ਕੀ ਹੈ। ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਉੱਤਰ ਦਿੱਤੇ, ਪਰ ਰਾਜਾ ਸੰਤੁਸ਼ਟ ਨਾ ਹੋਇਆ। ਇੱਕ ਦਿਨ ਰਾਜਾ ਆਪਣੇ ਘੋੜੇ ਤੇ ਬੈਠ ਕੇ ਕਿਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇੱਕ ਮਸਤ ਸਾਧੂ ਪਰਮਾਤਮਾ ਦੀ ਮਸਤੀ ਵਿੱਚ ਲੀਨ ਝੂਮਦਾ ਚੱਲਦਾ ਆ ਰਿਹਾ ਸੀ। ਰਾਜੇ ਨੇ ਮਹਾਤਮਾ ਨੂੰ ਰੋਕ ਕੇ ਘੋੜੇ ਤੇ ਬੈਠੇ ਬੈਠੇ ਹੀ ਉਹ ਪ੍ਰਸ਼ਨ ਪੁੱਛੇ ਕਿ ਈਸ਼ਵਰ ਇੱਕ ਹੈ ਜਾਂ ਅਨੇਕ ਹੈ ਤਾਂ ਰਹਿੰਦਾ ਕਿੱਥੇ ਹੈ, ਮਿਲਦਾ ਕਿਸ ਤਰ੍ਹਾਂ ਹੈ ਤੇ ਕਰਦਾ ਕੀ ਹੈ। ਤਾਂ ਸਾਧੂ ਉਸੇ ਹੀ ਮਸਤੀ ਵਿੱਚ ਰਾਜੇ ਨੂੰ ਬੋਲਿਆ ਕਿ ਕੋਈ ਪੁੱਛਣ ਦਾ ਢੰਗ ਹੈ? ਤੂੰ ਘੋੜੇ ਤੇ ਬੈਠਾ ਹੈ, ਮੈਂ ਰਾਹ ਵਿੱਚ ਖਲੋਤਾ ਹਾਂ। ਪਹਿਲਾਂ ਤੂੰ ਮੈਨੂੰ ਕਿਤੇ ਠਹਿਰਾ, ਮੈਨੂੰ ਆਰਾਮ ਕਰਾ, ਮੇਰੇ ਖਾਣ ਪੀਣ ਦਾ ਪ੍ਰਬੰਧ ਕਰ ਤੇ ਫੇਰ ਸ਼ਰਧਾ ਦੇ ਨਾਲ ਪ੍ਰਸ਼ਨ ਪੁੱਛ, ਮੈਂ ਤੈਨੂੰ ਸਾਰੇ ਉੱਤਰ ਦੇਵਾਂਗਾ। ਤਾਂ ਸਾਧੂ ਦੀ ਗੱਲ ਸੁਣ ਕੇ ਰਾਜਾ ਸਮਝ ਗਿਆ ਕਿ ਕੋਈ ਮਾਮੂਲੀ ਸਾਧੂ ਨਹੀਂ ਹੈ। ਤਾਂ ਰਾਜਾ ਆਪਣੇ ਘੋੜੇ ਤੋਂ ਉਤਰਿਆ ਤੇ ਸਾਧੂ ਨੂੰ ਇੱਕ ਬਗੀਚੇ ਵਿੱਚ ਲੈ ਗਿਆ। ਉੱਥੇ ਸਾਰੀਆਂ ਸੁੱਖ ਸੁਵਿਧਾਵਾਂ ਸਨ। ਉੱਥੇ ਇੱਕ ਕੁਟੀਆ ਸੀ। ਰਾਜੇ ਨੇ ਸਾਧੂ ਨੂੰ ਉੱਥੇ ਠਹਿਰਾ ਦਿੱਤਾ ਤੇ ਆਪਣੇ ਨੌਕਰਾਂ ਨੂੰ ਸਾਧੂ ਦੀ ਸੇਵਾ ਵਿੱਚ ਲਗਾ ਦਿੱਤਾ ਤੇ ਆਪ ਉੱਥੋਂ ਚਲਾ ਗਿਆ। ਤੇ ਫਿਰ 2 ਦਿਨਾਂ ਦੇ ਬਾਅਦ ਰਾਜਾ ਸਾਧੂ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਮਹਾਰਾਜ, ਹੁਣ ਤੁਸੀਂ ਮੈਨੂੰ ਮੇਰੇ ਸਵਾਲਾਂ ਦੇ ਉੱਤਰ ਦੇ ਦਿਓ। ਤਾਂ ਸਾਧੂ ਬੋਲਿਆ ਕਿ ਤੂੰ ਉੱਤਰ ਇਕੱਲੇ ਵਿੱਚ ਸੁਣਨਾ ਚਾਹੁੰਦਾ ਹੈ ਜਾਂ ਸਾਰੇ ਲੋਕਾਂ ਦੇ ਵਿੱਚ ਸੁਣਨਾ ਚਾਹੁੰਦਾ ਹੈ। ਤਾਂ ਰਾਜੇ ਨੇ ਕਿਹਾ ਕਿ ਇਕੱਲੇ ਵਿੱਚ ਵੀ ਠੀਕ ਹੈ, ਪਰ ਜੇ ਸਾਰਿਆਂ ਦੇ ਵਿਚਕਾਰ ਹੋ ਜਾਵੇ ਤਾਂ ਹੋਰ ਜ਼ਿਆਦਾ ਵਧੀਆ ਹੈ, ਸਾਰੇ ਲੋਕ ਸਮਝ ਲੈਣਗੇ। ਤਾਂ ਸਾਧੂ ਨੇ ਰਾਜੇ ਨੂੰ ਕਿਹਾ ਕਿ ਫਿਰ ਸਾਰੇ ਲੋਕਾਂ ਨੂੰ ਇਕੱਠੇ ਕਰ ਲੈ। ਤਾਂ ਰਾਜਾ ਬੋਲਿਆ ਕਿ ਮਹਾਰਾਜ, ਇਹ ਇੰਨੀ ਜਲਦੀ ਨਹੀਂ ਹੋਵੇਗਾ। ਪਹਿਲਾਂ ਮੈਂ ਹੁਕਮ ਦੇਵਾਂਗਾ, ਫਿਰ ਸਾਰੇ ਲੋਕਾਂ ਤੱਕ ਸੰਦੇਸ਼ਾ ਪਹੁੰਚਾਇਆ ਜਾਵੇਗਾ ਤੇ ਫਿਰ ਸਾਰੇ ਲੋਕ ਹੌਲੀ ਹੌਲੀ ਕਰਕੇ ਇਕੱਠੇ ਹੋਣਗੇ। ਤਾਂ ਸਾਧੂ ਨੇ ਕਿਹਾ ਕਿ ਮੈਨੂੰ ਵੀ ਕੋਈ ਜਲਦੀ ਨਹੀਂ ਹੈ, ਤੂੰ ਆਰਾਮ ਦੇ ਨਾਲ ਸਾਰਿਆਂ ਨੂੰ ਇਕੱਠੇ ਕਰ ਲੈ ਤੇ ਜਦੋਂ ਸਾਰੇ ਇਕੱਠੇ ਹੋ ਜਾਣਗੇ ਮੈਂ ਤੈਨੂੰ ਉਦੋਂ ਹੀ ਉੱਤਰ ਦੇਵਾਂਗਾ। ਤੇ ਹੁਣ ਤੂੰ ਮੇਰੇ ਕੋਲ ਉਦੋਂ ਹੀ ਆਵੀਂ ਜਦੋਂ ਸਾਰੇ ਲੋਕ ਇਕੱਠੇ ਹੋ ਜਾਣ, ਉਸ ਤੋਂ ਪਹਿਲਾਂ ਤੂੰ ਮੇਰੇ ਕੋਲ ਨਾ ਆਵੀਂ, ਮੈਂ ਇੱਥੇ ਹੀ ਰਹਾਂਗਾ। ਫਿਰ ਰਾਜਾ ਉੱਥੋਂ ਚਲਾ ਗਿਆ ਤੇ 1 ਮਹੀਨੇ ਬਾਅਦ ਦੀ ਤਰੀਕ ਨਿਸ਼ਚਿਤ ਹੋਈ। ਤਾਂ ਸਾਧੂ ਬਗੀਚੇ ਵਿੱਚ ਆਰਾਮ ਦੇ ਨਾਲ ਮਸਤੀ ਦੇ ਨਾਲ ਰਹਿਣ ਲੱਗਾ। ਉਹ ਪੂਜਾ ਪਾਠ ਕਰਦਾ, ਆਤਮ ਚਿੰਤਨ ਕਰਦਾ ਤੇ ਸ਼ਾਮ ਸਵੇਰੇ ਘੁੰਮਣ ਦੇ ਲਈ ਜਾਂਦਾ। ਤੇ ਸਾਧੂ ਜਿੱਧਰ ਘੁੰਮਣ ਜਾਂਦਾ ਸੀ, ਰਸਤੇ ਵਿੱਚ ਖੇਤ ਦੇ ਵਿੱਚ ਇੱਕ ਕਿਸਾਨ ਉਸ ਨੂੰ ਮਿਲਦਾ ਜੋ ਸਵੇਰੇ ਸ਼ਾਮ ਖੇਤ ਦੇ ਵਿੱਚ ਕੰਮ ਕਰ ਰਿਹਾ ਹੁੰਦਾ। ਤਾਂ ਸਾਧੂ ਨੇ ਉਸ ਕਿਸਾਨ ਦੇ ਨਾਲ ਦੋਸਤੀ ਕਰ ਲਈ ਤੇ ਉਸ ਨੂੰ ਕਿਹਾ ਕਿ ਜੇਕਰ ਮੈਨੂੰ ਕਦੇ ਤੇਰੇ ਤੱਕ ਕੋਈ ਕੰਮ ਪਵੇ ਤਾਂ ਤੂੰ ਕਰੇਂਗਾ। ਤਾਂ ਕਿਸਾਨ ਨੇ ਕਿਹਾ ਕਿ ਸਾਧੂ ਮਹਾਰਾਜ, ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਕਰ ਲਵਾਂਗਾ। ਤੇ ਫਿਰ ਇਸੇ ਤਰ੍ਹਾਂ ਹੀ ਦਿਨ ਬੀਤਦੇ ਗਏ। ਉਸ ਤਰੀਕ ਦੇ ਆਉਣ ਵਿੱਚ 3 ਦਿਨ ਬਚੇ। ਤਾਂ ਸਾਧੂ ਨੇ ਕਿਸਾਨ ਨੂੰ ਕਿਹਾ ਕਿ ਹੁਣ ਮੈਨੂੰ ਤੇਰੇ ਤੱਕ ਜ਼ਰੂਰੀ ਕੰਮ ਪੈਣ ਵਾਲਾ ਹੈ ਤੇ ਮੈਂ ਤੈਨੂੰ ਕੱਲ੍ਹ ਨੂੰ ਦੱਸਾਂਗਾ ਕਿ ਕੀ ਕਰਨਾ ਹੈ। ਤਾਂ ਜਦੋਂ 1 ਦਿਨ ਰਹਿ ਗਿਆ ਤਾਂ ਸਾਧੂ ਨੇ ਕਿਸਾਨ ਨੂੰ ਕਿਹਾ ਕਿ ਤੂੰ ਸਾਧੂ ਬਣ ਜਾ, ਮੈਂ ਕਿਸਾਨ ਬਣ ਜਾਂਦਾ ਹਾਂ। ਤਾਂ ਕਿਸਾਨ ਬੋਲਿਆ ਕਿ ਮਹਾਰਾਜ, ਮੇਰਾ ਪਰਿਵਾਰ ਹੈ, ਘਰ-ਬਾਰ ਹੈ, ਮੈਂ ਕਿਵੇਂ ਸਾਧੂ ਬਣ ਸਕਦਾ ਹਾਂ। ਤਾਂ ਸਾਧੂ ਨੇ ਕਿਹਾ ਕਿ ਮੈਂ ਤੈਨੂੰ ਸਾਧੂ ਹੋਣ ਦੇ ਲਈ ਨਹੀਂ ਕਹਿ ਰਿਹਾ, ਸਾਧੂ ਬਣਨ ਦੇ ਲਈ ਕਹਿ ਰਿਹਾ ਹਾਂ। ਸਾਧੂ ਹੋਣਾ ਤਾਂ ਸੱਚਮੁੱਚ ਬਹੁਤ ਕਠਿਨ ਹੈ। ਸਾਧੂ ਹੋਣਾ ਕਠਿਨ ਹੈ, ਚੜ੍ਹਨਾ ਪੇੜ ਖਜੂਰ, ਚੜ੍ਹੇ ਜੋ ਚਾਖੇ ਪ੍ਰੇਮ ਰਸ, ਗਿਰੇ ਜੋ ਚਕਣਾ ਚੂਰ। ਸਾਧੂ ਹੋਣਾ ਕਠਿਨ ਹੈ, ਪਰ ਬਣਨ ਦੇ ਵਿੱਚ ਕੋਈ ਕਠਿਨਾਈ ਨਹੀਂ ਹੈ। ਤਾਂ ਕਿਸਾਨ ਨੇ ਕਿਹਾ ਕਿ ਠੀਕ ਹੈ ਮਹਾਰਾਜ। ਤਾਂ ਸਾਧੂ ਨੇ ਕਿਸਾਨ ਨੂੰ ਕਿਹਾ ਕਿ ਤੂੰ ਮੇਰੇ ਕੱਪੜੇ ਪਹਿਨ ਕੇ ਸਾਧੂ ਬਣ ਜਾ ਤੇ ਮੈਨੂੰ ਆਪਣੇ ਕੱਪੜੇ ਦੇ ਦੇ, ਮੈਂ ਕਿਸਾਨ ਬਣਾਂਗਾ। ਤਾਂ ਕਿਸਾਨ ਨੇ ਕਿਹਾ ਕਿ ਠੀਕ ਹੈ ਮਹਾਰਾਜ। ਤੇ ਹੁਣ ਸਾਧੂ ਕਿਸਾਨ ਬਣ ਗਿਆ ਤੇ ਕਿਸਾਨ ਸਾਧੂ ਬਣ ਗਿਆ। ਸਾਧੂ ਨੇ ਕਿਸਾਨ ਨੂੰ ਸਮਝਾਇਆ ਕਿ ਹੁਣ ਤੂੰ ਡਰਨਾ ਨਹੀਂ ਹੈ, ਆਪਾਂ ਰਾਜੇ ਦੇ ਸਾਹਮਣੇ ਰਾਜ ਮਹਿਲ ਵਿੱਚ ਜਾਣਾ ਹੈ। ਰਾਜਾ ਤੇਰੀ ਪੂਜਾ ਕਰੇਗਾ, ਤੇਰੀ ਆਰਤੀ ਕਰੇਗਾ, ਤੈਨੂੰ ਪ੍ਰਣਾਮ ਕਰੇਗਾ, ਪਰ ਤੂੰ ਡਰਨਾ ਨਹੀਂ ਹੈ। ਤਾਂ ਕਿਸਾਨ ਨੇ ਕਿਹਾ ਕਿ ਸਭ ਤਾਂ ਠੀਕ ਹੈ ਮਹਾਰਾਜ, ਪਰ ਜਦੋਂ ਰਾਜਾ ਮੇਰੇ ਤੋਂ ਸਵਾਲ ਪੁੱਛੇਗਾ ਤਾਂ ਮੈਂ ਕੀ ਕਰਾਂਗਾ। ਤਾਂ ਸਾਧੂ ਨੇ ਕਿਹਾ ਕਿ ਮੈਂ ਤੇਰੇ ਨਾਲ ਹੀ ਹੋਵਾਂਗਾ। ਜਦੋਂ ਰਾਜਾ ਤੇਰੇ ਤੋਂ ਸਵਾਲ ਪੁੱਛੇ ਤਾਂ ਤੂੰ ਕਹਿ ਦੇਵੀਂ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਮੇਰੇ ਖੇਤ ਸਾਂਭਣ ਵਾਲਾ ਕਿਸਾਨ ਦੇਵੇਗਾ ਤੇ ਮੈਂ ਉੱਤਰ ਦੇ ਦੇਵਾਂਗਾ। ਤਾਂ ਕਿਸਾਨ ਨੇ ਕਿਹਾ ਕਿ ਠੀਕ ਹੈ ਮਹਾਰਾਜ। ਤੇ ਫਿਰ ਦੋਵੇਂ ਜਾਣੇ ਰਾਜ ਮਹਿਲ ਵਿੱਚ ਚਲੇ ਜਾਂਦੇ ਹਨ। ਤੇ ਹੁਣ ਸਾਧੂ ਬਣਿਆ ਕਿਸਾਨ ਰਾਜੇ ਦੇ ਕੋਲ ਬੈਠਾ ਹੈ ਤੇ ਰਾਜੇ ਦੇ ਭੇਸ਼ ਵਿੱਚ ਸਾਧੂ ਲੋਕਾਂ ਦੇ ਵਿੱਚ ਹੇਠਾਂ ਜ਼ਮੀਨ ਉੱਤੇ ਬੈਠਾ ਹੋਇਆ ਹੈ। ਤੇ ਫਿਰ ਰਾਜੇ ਨੇ ਕਿਹਾ ਕਿ ਮਹਾਰਾਜ, ਹੁਣ ਤੁਸੀਂ ਮੈਨੂੰ ਮੇਰੇ ਪ੍ਰਸ਼ਨਾਂ ਦੇ ਉੱਤਰ ਦੇ ਦਿਓ। ਤਾਂ ਸਾਧੂ ਨੇ ਕਿਹਾ ਕਿ ਪੁੱਛ ਬਾਈ, ਕੀ ਪ੍ਰਸ਼ਨ ਨੇ ਤੇਰੇ। ਤਾਂ ਰਾਜੇ ਨੇ ਕਿਹਾ ਕਿ ਈਸ਼ਵਰ ਇੱਕ ਹੈ ਜਾਂ ਅਨੇਕ ਹੈ ਤਾਂ ਰਹਿੰਦਾ ਕਿੱਥੇ ਹੈ, ਮਿਲਦਾ ਕਿਸ ਤਰ੍ਹਾਂ ਹੈ ਤੇ ਕਰਦਾ ਕੀ ਹੈ। ਤਾਂ ਕਿਸਾਨ ਨੂੰ ਤਾਂ ਸਾਧੂ ਨੇ ਪਹਿਲਾਂ ਹੀ ਸਮਝਾਇਆ ਹੋਇਆ ਸੀ। ਤਾਂ ਉਹ ਕਹਿਣ ਲੱਗਾ ਕਿ ਰਾਜਾ ਸਾਹਿਬ, ਕੀ ਸਿੰਪਲ ਜਿਹਾ ਸਵਾਲ ਪੁੱਛਿਆ ਤੁਸੀਂ। ਇਹਨਾਂ ਪ੍ਰਸ਼ਨਾਂ ਦੇ ਉੱਤਰ ਤਾਂ ਮੇਰੇ ਖੇਤ ਸਾਂਭਣ ਵਾਲਾ ਕਿਸਾਨ ਵੀ ਦੇ ਸਕਦਾ ਹੈ, ਅਜਿਹੀ ਉੱਤਰ ਦੇਵੇਗਾ। ਤਾਂ ਰਾਜਾ ਮਨ ਵਿੱਚ ਸੋਚਣ ਲੱਗਾ ਕਿ ਮੈਂ 1 ਮਹੀਨੇ ਤੋਂ ਤਿਆਰੀਆਂ ਕਰ ਰਿਹਾ ਹਾਂ ਤੇ ਹੁਣ ਸਾਧੂ ਕਹਿੰਦਾ ਹੈ ਕਿ ਉੱਤਰ ਕਿਸਾਨ ਦੇਵੇਗਾ, ਪਰ ਸਾਧੂ ਬੈਠਾ ਸੀ ਕਿਸਾਨ ਦੇ ਰੂਪ ਵਿੱਚ। ਤਾਂ ਸਾਧੂ ਕਹਿਣ ਲੱਗਾ ਕਿ ਪੁੱਛੋ ਮਹਾਰਾਜ, ਕੀ ਸਵਾਲ ਨੇ ਤੁਹਾਡੇ, ਮੈਂ ਉੱਤਰ ਦੇਵਾਂਗਾ। ਸਾਧੂ ਮਹਾਰਾਜ ਨੇ ਮੈਨੂੰ ਸਿੱਖਿਆ ਦਿੱਤੀ ਹੈ, ਮੈਨੂੰ ਸਭ ਕੁਝ ਪਤਾ ਹੈ। ਤਾਂ ਰਾਜੇ ਨੇ ਕਿਹਾ ਕਿ ਠੀਕ ਹੈ ਬਈ ਕਿਸਾਨਾ, ਤੂੰ ਉੱਤਰ ਦੇ ਦੇ, ਮੈਂ ਤਾਂ ਉੱਤਰ ਹੀ ਜਾਣਨੇ ਹਨ। ਚੱਲ ਫਿਰ ਦੱਸ, ਈਸ਼ਵਰ ਇੱਕ ਹੈ ਜਾਂ ਅਨੇਕ ਹੈ। ਤਾਂ ਕਿਸਾਨ ਨੇ ਕਿਹਾ ਕਿ ਰਾਜਾ ਸਾਹਿਬ, ਮੈਂ ਅਨਪੜ੍ਹ ਜਿਹਾ ਆਦਮੀ ਹਾਂ ਤੇ ਤੁਸੀਂ ਪੜ੍ਹੇ ਲਿਖਿਆਂ ਵਾਲੇ ਪ੍ਰਸ਼ਨ ਪੁੱਛਦੇ ਹੋ, ਪਰ ਉੱਤਰ ਤਾਂ ਦੇਣਾ ਹੀ ਪਵੇਗਾ। ਹੁਣ ਤੁਸੀਂ ਇਸ ਤਰ੍ਹਾਂ ਕਰੋ, ਕੁਝ ਮਣੀਆਂ ਮੰਗਾ ਲਵੋ, ਤੁਸੀਂ ਗਿਣਿਓ, ਫੈਸਲਾ ਮੈਂ ਕਰਾਂਗਾ।
ਤਾਂ ਫਿਰ ਇੱਕ ਪਲੇਟ ਵਿੱਚ ਮਣੀਆਂ ਲਿਆਂਦੀਆਂ ਗਈਆਂ। ਹੁਣ ਰਾਜੇ ਨੇ ਗਿਣਨਾ ਸ਼ੁਰੂ ਕੀਤਾ। ਰਾਜੇ ਨੇ ਪਹਿਲੀ ਮਣੀ ਚੁੱਕੀ ਤਾਂ ਰਾਜਾ ਬੋਲਿਆ 1, ਤਾਂ ਕਿਸਾਨ ਨੇ ਕਿਹਾ ਬਿਲਕੁਲ ਠੀਕ, ਰੱਖ ਦੇ। ਰਾਜੇ ਨੇ ਫਿਰ ਦੂਜੀ ਮਣੀ ਚੁੱਕੀ, ਰਾਜਾ ਬੋਲਿਆ 2। ਕਿਸਾਨ ਦੇ ਰੂਪ ਵਿੱਚ ਸਾਧੂ ਬੈਠਾ ਸੀ ਤਾਂ ਉਸਨੇ ਕਿਹਾ ਝੂਠ ਬੋਲਦਾ ਏ, ਦੇਖ ਤੇਰੇ ਹੱਥ ਵਿੱਚ 2 ਹਨ ਜਾਂ 1 ਮਣੀ ਹੈ। ਤਾਂ ਰਾਜੇ ਨੇ ਕਿਹਾ ਹੈ ਤਾਂ 1 ਹੀ। ਤਾਂ ਕਿਸਾਨ ਨੇ ਕਿਹਾ ਫਿਰ ਤੂੰ 2 ਕਿਉਂ ਕਿਹਾ। ਤਾਂ ਰਾਜੇ ਨੇ ਕਿਹਾ ਕਿ ਇਸ ਤਰ੍ਹਾਂ ਲਿਖਿਆ ਹੈ। ਤਾਂ ਕਿਸਾਨ ਨੇ ਕਿਹਾ ਕਿ ਲਿਖਿਆ ਤਾਂ ਠੀਕ ਹੈ, ਪਰ ਤੂੰ ਆਪਣੇ ਹੱਥ ਵਿੱਚ ਦੇਖ ਕੇ ਫੈਸਲਾ ਕਰ, ਇਹ ਦੇਖਣ ਵਿੱਚ 1 ਹੈ ਜਾਂ 2 ਹਨ। ਤਾਂ ਰਾਜੇ ਨੇ ਕਿਹਾ ਕਿ ਹੈ ਤਾਂ 1 ਹੀ। ਤਾਂ ਫਿਰ ਕਿਸਾਨ ਨੇ ਕਿਹਾ ਫਿਰ ਤੂੰ 2 ਕਿਉਂ ਕਿਹਾ। ਤਾਂ ਸਾਧੂ ਦੀ ਗੱਲ ਸੁਣ ਕੇ ਰਾਜਾ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਅੱਗੇ ਦੀ ਗਿਣਤੀ ਮੁਸ਼ਕਲ ਹੋ ਜਾਵੇਗੀ। ਤੇ ਫਿਰ ਰਾਜੇ ਨੇ ਤੀਜੀ ਮਣੀ ਚੁੱਕੀ ਤੇ ਬੋਲਿਆ 3। ਤਾਂ ਸਾਧੂ ਨੇ ਕਿਹਾ ਫਿਰ ਝੂਠ ਬੋਲੀ ਜਾਂਦਾ ਏ, ਇਹ 3 ਨਹੀਂ ਹੈ, ਇਹ 1 ਹੀ ਹੈ। 2 ਨਹੀਂ ਹੈ, ਇਹ 1 ਹੀ ਹੈ। 4 5 6 7 ਨਹੀਂ ਹੈ, ਇਹ 1 ਹੀ ਹੈ। 1 ਦੇ ਬਾਅਦ ਵੀ 1 ਹੀ ਹੈ। ਪਰ ਜਦੋਂ ਉਹ 1 ਦੂਜੀ ਵਾਰ ਕਿਸੇ ਦੇ ਅਨੁਭਵ ਵਿੱਚ ਆਇਆ ਤਾਂ 2 ਹੋ ਗਿਆ, ਤੇ ਤੀਜੀ ਵਾਰ ਕਿਸੇ ਦੇ ਅਨੁਭਵ ਵਿੱਚ ਆਇਆ ਤਾਂ 3 ਹੋ ਗਿਆ, ਚੌਥੀ ਵਾਰ ਕਿਸੇ ਦੇ ਅਨੁਭਵ ਵਿੱਚ ਆਇਆ ਤਾਂ 4 ਹੋ ਗਿਆ, ਪਰ ਉਹ ਹੈ 1 ਹੀ। ਤਾਂ ਰਾਜਾ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਗੱਲ ਤਾਂ ਠੀਕ ਹੈ, ਦਿਖਾਈ ਵੀ 1 ਹੀ ਦੇ ਰਹੀ ਹੈ, ਮੈਂ ਚਾਹੇ 2 ਕਹਾਂ ਜਾਂ 3 ਕਹਾਂ, ਪਰ ਹੈ ਤਾਂ 1 ਹੀ। ਫਿਰ ਸਾਧੂ ਬੋਲਿਆ ਕਿ ਜ਼ਰਾ 1 ਤੋਂ ਪਹਿਲਾਂ ਗਿਣ। ਤਾਂ ਰਾਜੇ ਨੇ ਕਿਹਾ ਕਿ 1 ਤੋਂ ਪਹਿਲਾਂ ਤਾਂ 0 ਹੈ। ਤਾਂ ਸਾਧੂ ਨੇ ਕਿਹਾ ਕਿ ਨਹੀਂ, 1 ਤੋਂ ਪਹਿਲਾਂ ਵੀ 1 ਹੈ, 1 ਦੇ ਬਾਅਦ ਵੀ 1 ਹੈ, ਤੇ ਇਹਨਾਂ ਦੋਹਾਂ ਦੇ ਵਿਚਕਾਰ ਵੀ 1 ਹੈ। ਇਸੇ ਤਰ੍ਹਾਂ ਪਰਮਾਤਮਾ 1 ਹੀ ਹੈ, ਪਰ ਦੂਜੀ ਵਾਰ ਜਦੋਂ ਉਹ ਕਿਸੇ ਦੇ ਅਨੁਭਵ ਵਿੱਚ ਆਇਆ ਤਾਂ 2 ਹੋ ਗਿਆ, ਤੀਜੀ ਵਾਰ ਕਿਸੇ ਦੇ ਅਨੁਭਵ ਵਿੱਚ ਆਇਆ ਤਾਂ 3 ਹੋ ਗਿਆ, ਚੌਥੀ ਵਾਰ ਕਿਸੇ ਦੇ ਅਨੁਭਵ ਵਿੱਚ ਆਇਆ ਤਾਂ 4 ਹੋ ਗਿਆ, ਪਰ ਉਹ ਪਰਮਾਤਮਾ ਹੈ 1 ਹੀ। ਉਹ ਓਮ ਹਰੀ ਅੱਲਾ ਵਾਹਿਗੁਰੂ ਖੁਦਾ ਗੋਡ ਰੱਬ ਹੈ 1 ਹੀ। ਤਾਂ ਸਾਧੂ ਦੇ ਰੂਪ ਵਿੱਚ ਕਿਸਾਨ ਦੀ ਗੱਲ ਸੁਣ ਕੇ ਰਾਜੇ ਨੇ ਉਸ ਨੂੰ ਹੱਥ ਜੋੜ ਦਿੱਤੇ ਤੇ ਕਿਹਾ ਮਹਾਰਾਜ, ਇਸ ਤਰ੍ਹਾਂ ਦਾ ਸਮਾਧਾਨ ਨਹੀਂ ਮਿਲਿਆ, ਨਾ ਕੋਈ ਪੋਥੀ, ਨਾ ਕੋਈ ਚੌਪਾਈ, ਨਾ ਕੋਈ ਦੋਹਾ, ਨਾ ਕੋਈ ਸ਼ਲੋਕ, ਨਾ ਕੋਈ ਗ੍ਰੰਥ, ਤੇ ਕਿਸੇ ਦਾ ਪ੍ਰਮਾਣ ਵੀ ਨਹੀਂ, ਤੇ ਗਿਣਨ ਦੀ ਵੀ ਸਹੀ ਗੱਲ ਹੈ। ਜੇ ਅਸੀਂ ਦੇਖੀਏ ਤਾਂ ਹੈ 1 ਹੀ। ਇਹ 1 2 3 4 ਤਾਂ ਸਾਨੂੰ ਸਿਖਾ ਦਿੱਤਾ ਗਿਆ ਹੈ, ਪੜ੍ਹਾ ਦਿੱਤਾ ਗਿਆ ਹੈ, ਪਰ ਜੇਕਰ ਉਹ ਸਿੱਖੀ ਹੋਈ ਪੜ੍ਹਾਈ ਨੂੰ ਅਸੀਂ ਇੱਕ ਪਾਸੇ ਰੱਖ ਦਈਏ ਤੇ ਫਿਰ ਦੇਖੀਏ ਤਾਂ ਉਹ ਹੈ 1 ਹੀ। ਤਾਂ ਰਾਜੇ ਨੇ ਕਿਹਾ ਕਿ ਬਹੁਤ ਹੀ ਸੁੰਦਰ ਉੱਤਰ ਦਿੱਤਾ ਤੁਸੀਂ, ਮੈਂ ਮੰਨ ਗਿਆ ਕਿ ਈਸ਼ਵਰ 1 ਹੈ, ਪਰ ਇੱਕ ਗੱਲ ਦੱਸੋ, ਉਹ ਰਹਿੰਦਾ ਕਿੱਥੇ ਹੈ ਤੇ ਮਿਲਦਾ ਕਿਸ ਤਰ੍ਹਾਂ ਹੈ। ਤਾਂ ਕਿਸਾਨ ਦੇ ਰੂਪ ਵਿੱਚ ਸਾਧੂ ਨੇ ਕਿਹਾ ਕਿ ਤੂੰ ਔਖੇ ਔਖੇ ਸਵਾਲ ਪੁੱਛੀ ਜਾਂਦਾ ਹੈ ਤੇ ਖਵਾਉਂਦਾ ਪਿਆਉਂਦਾ ਕੁਝ ਹੈ ਹੀ ਨਹੀਂ। ਤਾਂ ਰਾਜੇ ਨੇ ਕਿਹਾ ਕਿ ਦੱਸੋ ਤੁਸੀਂ ਕੀ ਚਾਹੀਦਾ ਹੈ ਤੁਹਾਨੂੰ, ਮੈਂ ਹੁਣੇ ਹੀ ਮੰਗਵਾ ਦਿੰਦਾ ਹਾਂ। ਤਾਂ ਸਾਧੂ ਨੇ ਕਿਹਾ ਕਿ ਮੇਰੇ ਲਈ 1 ਗਲਾਸ ਦੁੱਧ ਦਾ ਮੰਗਾ। ਤਾਂ ਫਿਰ 1 ਗਲਾਸ ਦੁੱਧ ਆ ਗਿਆ ਤੇ ਸਾਧੂ ਨੂੰ ਫੜਾ ਦਿੱਤਾ। ਤਾਂ ਸਾਧੂ ਨੇ ਦੁੱਧ ਪੀਤਾ ਤਾਂ ਹੈ ਨਹੀਂ, ਉਸ ਦੇ ਵਿੱਚ ਉਂਗਲੀ ਘੁਮਾਉਣ ਲੱਗਾ। ਉਸ ਨੂੰ ਉਂਗਲੀ ਘੁਮਾਉਂਦੇ ਨੂੰ ਦੇਖ ਕੇ ਰਾਜੇ ਨੇ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤਾਂ ਸਾਧੂ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਮੈਂ ਸੋਚਦਾ ਹਾਂ ਕਿ ਘਿਓ ਕੱਢ ਕੇ ਖਾ ਲਵਾਂ। ਤਾਂ ਇਸ ਉੱਤੇ ਰਾਜਾ ਬੋਲਿਆ ਕਿ ਕਿਹੋ ਜਿਹੀਆਂ ਪਾਗਲਾਂ ਵਰਗੀਆਂ ਗੱਲਾਂ ਕਰ ਰਹੇ ਹੋ ਤੁਸੀਂ, ਦੁੱਧ ਵਿੱਚ ਘਿਓ ਹੁੰਦਾ ਜ਼ਰੂਰ ਹੈ, ਪਰ ਉਹ ਇਸ ਤਰ੍ਹਾਂ ਥੋੜ੍ਹੀ ਮਿਲਦਾ ਹੈ। ਤਾਂ ਸਾਧੂ ਨੇ ਪੁੱਛਿਆ ਫਿਰ ਕਿਸ ਤਰ੍ਹਾਂ ਮਿਲਦਾ ਹੈ। ਤਾਂ ਰਾਜੇ ਨੇ ਕਿਹਾ ਕਿ ਪਹਿਲਾਂ ਦੁੱਧ ਨੂੰ ਜਾਗ ਲਗਾਉਣਾ ਪੈਂਦਾ ਹੈ, ਦਹੀਂ ਜਮਾਉਣਾ ਪੈਂਦਾ ਹੈ, ਤੇ ਫਿਰ ਉਸ ਦਹੀਂ ਨੂੰ ਰਿੜਕਣਾ ਪੈਂਦਾ ਹੈ, ਫਿਰ ਮੱਖਣ ਕੱਢਣਾ ਪੈਂਦਾ ਹੈ, ਤੇ ਫਿਰ ਉਸ ਮੱਖਣ ਨੂੰ ਤਵੇ ਉੱਤੇ ਗਰਮ ਕਰਨਾ ਪੈਂਦਾ ਹੈ, ਫਿਰ ਕਿਤੇ ਜਾ ਕੇ ਘਿਓ ਮਿਲਦਾ ਹੈ। ਦੁੱਧ ਦੇ ਵਿੱਚ ਘਿਓ ਹੁੰਦਾ ਜ਼ਰੂਰ ਹੈ, ਪਰ ਉਹ ਗੱਲਾਂ ਦੇ ਨਾਲ ਨਹੀਂ ਮਿਲਦਾ, ਉਸ ਦੀ ਵਿਧੀ ਹੈ, ਉਸ ਦਾ ਪਾਲਣ ਕਰਨਾ ਪੈਂਦਾ ਹੈ, ਫਿਰ ਮਿਲਦਾ ਹੈ। ਤਾਂ ਕਿਸਾਨ ਬਣੇ ਸਾਧੂ ਨੇ ਦੁੱਧ ਦਾ ਗਲਾਸ ਹੇਠਾਂ ਰੱਖ ਦਿੱਤਾ। ਤਾਂ ਰਾਜੇ ਨੇ ਕਿਹਾ ਕਿ ਮਹਾਰਾਜ ਦੁੱਧ ਤਾਂ ਪੀ ਲਵੋ। ਤਾਂ ਸਾਧੂ ਨੇ ਕਿਹਾ ਮੈਂ ਦੁੱਧ ਨਹੀਂ ਪੀਣਾ ਸੀ, ਮੈਂ ਤੈਨੂੰ ਤੇਰੇ ਪ੍ਰਸ਼ਨ ਦਾ ਉੱਤਰ ਦੇਣਾ ਸੀ। ਤੂੰ ਕਹਿਣਾ ਹੈ ਨਾ ਪਰਮਾਤਮਾ ਰਹਿੰਦਾ ਕਿੱਥੇ ਹੈ, ਮਿਲਦਾ ਕਿਸ ਤਰ੍ਹਾਂ ਹੈ। ਜਿਵੇਂ ਦੁੱਧ ਵਿੱਚ ਘਿਓ ਰਹਿੰਦਾ ਹੈ, ਇਸੇ ਤਰ੍ਹਾਂ ਹੀ ਪ੍ਰਮਾਤਮਾ ਵੀ ਤੇਰੇ ਅੰਦਰ ਹੀ ਸਮਾਇਆ ਹੋਇਆ ਹੈ, ਪਰ ਉਹ ਵੀ ਗੱਲਾਂ ਦੇ ਨਾਲ ਨਹੀਂ ਮਿਲਦਾ, ਉਸ ਦੀ ਵੀ ਇੱਕ ਵਿਧੀ ਹੈ। ਪਹਿਲਾਂ ਆਪਣੀ ਨੀਅਤ ਸਾਫ਼ ਕਰਨੀ ਪੈਂਦੀ ਹੈ, ਸਭ ਮੋਹ ਮਾਇਆ ਤੋਂ ਮੁਕਤ ਹੋਣਾ ਪੈਂਦਾ ਹੈ, ਸੱਚੀ ਨੀਅਤ ਦੇ ਨਾਲ ਉਸ ਦਾ ਸੇਵਾ ਸਿਮਰਨ ਕਰਨਾ ਪੈਂਦਾ ਹੈ, ਸਭ ਦੁਨਿਆਵੀ ਸੁੱਖ ਤਿਆਗ ਕੇ ਸਿਰਫ ਉਸੇ ਰੂਹਾਨੀ ਸੁੱਖ ਦੇ ਲਈ ਆਪਣੇ ਅੰਦਰ ਤੜਪ ਜਗਾਉਣੀ ਪੈਂਦੀ ਹੈ, ਤਾਂ ਕਿਤੇ ਜਾ ਕੇ ਉਹ ਈਸ਼ਵਰ, ਉਹ ਅਕਾਲ ਪੁਰਖ ਮਿਲਦਾ ਹੈ। ਜਿਵੇਂ ਦੁੱਧ ਵਿੱਚੋਂ ਘਿਓ ਨਿਕਲ ਆਉਂਦਾ ਹੈ, ਉਸੇ ਤਰ੍ਹਾਂ ਹੀ ਉਹ ਪਰਮਾਤਮਾ ਵੀ ਤੇਰੇ ਅੰਦਰ ਤੋਂ ਪ੍ਰਗਟ ਹੋ ਜਾਵੇਗਾ, ਪਰ ਤੈਨੂੰ ਵਿਧੀ ਦਾ ਪਾਲਣ ਕਰਨਾ ਪਵੇਗਾ। ਤਾਂ ਸਾਧੂ ਦੀ ਗੱਲ ਸੁਣ ਕੇ ਰਾਜਾ ਬੋਲਿਆ ਕਿ ਕਮਾਲ ਹੈ ਮਹਾਰਾਜ, ਮੈਂ ਐਸਾ ਉੱਤਰ ਕਦੇ ਨਹੀਂ ਸੁਣਿਆ। ਫਿਰ ਰਾਜੇ ਨੇ ਕਿਹਾ ਕਿ ਇੱਕ ਆਖਰੀ ਸਵਾਲ, ਈਸ਼ਵਰ ਕਰਦਾ ਕੀ ਏ। ਤਾਂ ਸਾਧੂ ਬਣੇ ਕਿਸਾਨ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਤੂੰ ਮੈਨੂੰ ਇਹ ਦੱਸ, ਤੂੰ ਸਵਾਲ ਪੁੱਛ ਰਿਹਾ ਏ, ਮੈਂ ਉੱਤਰ ਦੇ ਰਿਹਾ ਹਾਂ, ਹੁਣ ਤੂੰ ਦੱਸ ਤੂੰ ਮੇਰਾ ਗੁਰੂ ਹੈ ਜਾਂ ਮੈਂ ਤੇਰਾ ਗੁਰੂ ਹਾਂ। ਤਾਂ ਰਾਜੇ ਨੇ ਕਿਹਾ ਕਿ ਗੁਰੂ ਤਾਂ ਤੁਸੀਂ ਹੋ। ਤਾਂ ਸਾਧੂ ਨੇ ਕਿਹਾ ਕਿ ਫਿਰ ਇਹ ਕੋਈ ਢੰਗ ਹੈ, ਤੂੰ ਰਾਜਾ ਬਣ ਕੇ ਸਿੰਘਾਸਨ ਤੇ ਬੈਠਾ ਹੋਇਆ ਹੈ ਤੇ ਮੈਂ ਹੇਠਾਂ ਜ਼ਮੀਨ ਉੱਤੇ ਬੈਠਾ ਹੋਇਆ ਹਾਂ, ਫਿਰ ਹੇਠਾਂ ਉੱਤਰ। ਤਾਂ ਰਾਜਾ ਸਿੰਘਾਸਨ ਤੋਂ ਹੇਠਾਂ ਉਤਰ ਗਿਆ ਤੇ ਕਿਸਾਨ ਦੇ ਰੂਪ ਵਿੱਚ ਸਾਧੂ ਰਾਜੇ ਦੇ ਸਿੰਘਾਸਨ ਤੇ ਬੈਠ ਗਿਆ ਤੇ ਰਾਜਾ ਹੇਠਾਂ ਜ਼ਮੀਨ ਉੱਤੇ ਬੈਠ ਗਿਆ। ਤੇ ਫਿਰ ਰਾਜਾ ਸਿੰਘਾਸਨ ਤੇ ਬੈਠੇ ਹੋਏ ਸਾਧੂ ਨੂੰ ਕਹਿੰਦਾ ਹੈ ਕਿ ਮਹਾਰਾਜ ਤੁਸੀਂ ਮੈਨੂੰ ਮੇਰੇ ਸਵਾਲ ਦਾ ਉੱਤਰ ਨਹੀਂ ਦਿੱਤਾ। ਤਾਂ ਸਾਧੂ ਫਿਰ ਤੋਂ ਕਹਿੰਦਾ ਹੈ ਕਿ ਕੀ ਸਵਾਲ ਸੀ ਤੇਰਾ। ਤਾਂ ਰਾਜਾ ਕਹਿੰਦਾ ਹੈ ਕਿ ਉਹ ਈਸ਼ਵਰ ਕਰਦਾ ਕੀ ਏ। ਤਾਂ ਸਾਧੂ ਕਹਿੰਦਾ ਹੈ ਕਿ ਇਹੀ ਕਰਦਾ ਹੈ, ਕਿਸਾਨ ਨੂੰ ਰਾਜੇ ਦੀ ਜਗ੍ਹਾ ਬਿਠਾ ਦਿੰਦਾ ਹੈ ਤੇ ਰਾਜੇ ਨੂੰ ਕਿਸਾਨ ਦੀ ਜਗ੍ਹਾ ਬਿਠਾ ਦਿੰਦਾ ਹੈ, ਕਈ ਵੱਡਿਆਂ ਨੂੰ ਛੋਟੇ ਕਰ ਦਿੰਦਾ ਹੈ ਤੇ ਕਈ ਛੋਟਿਆਂ ਨੂੰ ਵੱਡੇ ਕਰ ਦਿੰਦਾ ਹੈ। ਉਸ ਦਾ ਇਹੀ ਕੰਮ ਹੈ, ਮੈਂ ਹਰ ਰੋਜ਼ ਦੇਖਦਾ ਹਾਂ, ਬਸ ਉਹ ਇਹੀ ਕਰਦਾ ਹੈ।
ਤਾਂ ਰਾਜਾ साधु दे उत्तर सुन के हाथ जोड़ लेंदा है। सो दोस्तों, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, इत्थे ही ये कहानी खत्म होती है। तुहानू वीडियो किस तरह की लगी कमेंट करके जरूर दस्सिओ। जे चंगी लगी तो अगे शेयर भी जरूर करियो। जल्दी मिलते हैं एक नवीं मोटिवेशनल वीडियो दे नाल। तद तक लई धन्नवाद।